अस्सलाम वालेकुम दोस्तों, मैं हूं अतीक अहमद और आप देख रहे हैं मेड इन पाकिस्तान। दोस्तों, आप सब दोस्त जानते हैं कि हम मेड इन पाकिस्तान में अच्छे अच्छे बिजनेस आइडियाज़ आप दोस्तों के साथ शेयर करते हैं। आप लोग उन्हें पसंद करते हैं, आप दोस्तों का बेहद शुक्रिया। तो दोस्तों, आज जिस बिजनेस आइडिया के बारे में हम बात करने जा रहे हैं, इसके बारे में ढेर सारी यूट्यूब पर वीडियोज़ मौजूद हैं। डेयरी फार्मिंग के बारे में बहुत सारे लोग भैंसें रखने के बारे में, भैंसों के फार्म के बारे में बताते हैं, काऊ फार्मिंग के बारे में बताते हैं। लेकिन आज हमने इसी के लिए आपका जाने पहचाने एक्सपर्ट शाहिद साहब को बुलाया है कि ये हमें बताएंगे थोड़ा कि भैंसों के फार्म में, यानी कि भैंसें अगर रखनी हो तो भैंसें हमें कौन सी रखनी चाहिए, किस तरह से रखनी चाहिए और इससे कैसे मुनाफा आ सकता है। अगर आपका कोई क्वेश्चन हो शाहिद साहब से तो आप हमसे कमेंट बॉक्स में रब्ता कर सकते हैं। हम कोशिश करेंगे कि वो आपका जो सवाल है उसका जवाब शाहिद साहब से लें। तो चलिए शुरू करते हैं, देखते हैं कि शाहिद साहब हमें आज डेयरी फार्मिंग के बारे में क्या इन्फॉर्मेशन देते हैं। जी अस्सलाम वालेकुम शाहिद भाई, की हाल है? ठीक हो? अच्छा सुनाओ, आज ਅਸੀਂ ਜਿਹੜਾ ਨਾ ਮੱਝਾਂ ਦੇ ਬਾਰੇ ਕੁਝ ਦੱਸਦੇ ਆ ਆਪਣੇ ਬੰਦਿਆਂ ਨੂੰ। ਤੁਹਾਨੂੰ ਇਸ ਵਾਸਤੇ ਬੁਲਾਇਆ ਕਿ ਕੁਝ ਮੱਝਾਂ ਦੇ ਬਾਰੇ ਜਿਹੜਾ ਨਾ ਦੱਸੋ। ਇਹ ਦੱਸੋ ਪਾਕਿਸਤਾਨ ਦੇ ਵਿੱਚ ਕਿਹੜੀ ਕਿਹੜੀ ਮੱਝ ਜਿਹੜੀ ਹੈ ਨਾ ਉਹ ਰੱਖੀ ਜਾਂਦੀ ਹੈ ਤੇ ਅਸੀਂ ਕਿਹੜੀ ਰੱਖ ਲਈਏ ਤੇ ਠੀਕ ਹੈ ਕੋਈ ਕੰਮ। ਪਾਕਿਸਤਾਨ ਤੇ ਸਭ ਤੋਂ ਚੰਗੀ ਜਿਹੜੀ ਮੱਝ ਹੈ ਨਾ ਉਹ ਸੂਬਾ ਸਿੰਧ ਤੇ ਜ਼ਿਲ੍ਹਾ ਬਦੀਨ ਦੀ ਹੈ। ਅੱਛਾ, ਸਭ ਤੋਂ ਚੰਗੀਆਂ ਮੱਝਾਂ, ਛੋਟੇ ਛੋਟੇ ਸਿੰਘ ਉਹਨਾਂ ਦੇ। ਅੱਛਾ, ਬਿਲਕੁਲ ਤੇ ਪੂਰੇ ਪੂਰੇ ਕੱਦ ਦੀਆਂ ਤੇ ਚੱਡੇ ਐਡੇ ਐਡੇ ਤੇ ਦੁੱਧ ਵੀ ਉਹ ਸਭ ਤੋਂ ਜ਼ਿਆਦਾ ਉਹ ਦਿੰਦੀਆਂ ਨੇ, ਸਿੰਧ ਦੀਆਂ, ਬਦੀਨ ਦੀਆਂ। ਤੇ ਆਪਣੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀਆਂ ਮੱਝਾਂ ਚੰਗੀਆਂ ਨੇ ਪਤਨ ਸ਼ਰੀਫ, ਚੀਚਾ ਬਤਨੀ ਦੀਆਂ, ਆਰਫ ਪੂਰਾ, ਵਿਆੜੀ, ਮੈਲਸੀ, ਵਸੀਰਪੁਰ ਦੀਆਂ ਮੱਝਾਂ ਇਸ ਇਲਾਕੇ ਦੀਆਂ ਚੰਗੀਆਂ ਨੇ, ਇਹ ਜ਼ਿਆਦਾ ਦੁੱਧ ਦਿੰਦੀਆਂ ਨੇ। ਅੱਛਾ, ਤੇ ਜੇ ਕਿਸੇ ਬੰਦੇ ਨੇ ਕਾਰੋਬਾਰ ਲਈ ਕਰਨੀ ਹੁਣ ਦੁੱਧ ਵਾਸਤੇ, ਹਾਂਜੀ, ਤੇ ਕਿੰਨੀਆਂ ਮੱਝਾਂ ਲਾ ਲਿਆ ਤਾਂ ਉਹ ਜਿਹੜਾ ਨਾ ਮਹੀਨੇ ਦਾ ਜਿਹੜਾ ਨਾ ਉਹ 30,000 ਰੁਪਇਆ 40,000 ਕਮਾ ਲੈਂਦਾ। ਤਕਰੀਬਨ ਇੱਕ ਬੰਦਾ 4 ਮੱਝਾਂ ਸਾਂਭ ਸਕਦਾ। 4 ਮੱਝਾਂ, 4 ਕਿੰਨੇ ਦੀਆਂ ਆਉਣਗੀਆਂ ਇਸ ਟਾਈਮ? ਤਕਰੀਬਨ ਜਿਹੜੀ ਮੱਝ ਨਾਰਮਲ ਹੈ ਨਾ 10, 11, 12 ਕਿਲੋ ਦੁੱਧ ਦੇਣ ਵਾਲੀ 2 ਲੱਖ ਨੇੜੇ ਉਹਦੀ ਕੀਮਤ। 2 ਲੱਖ ਦੇ ਨੇੜੇ, ਮਤਲਬ 4 ਮੱਝਾਂ 8 ਲੱਖ ਦੀਆਂ ਹੋ ਗਈਆਂ। ਉਸ ਤੋਂ ਬਾਅਦ ਉਹਨਾਂ ਵਾਸਤੇ ਕੋਈ ਖੁਰਲੀ ਪਾਣੀ ਦਾ ਜਗ੍ਹਾ ਕਿੰਨੀ ਕੁ ਚਾਹੀਦੀ ਜਿਹਦੇ ਚ ਹਵੇਲੀ ਰੱਖ ਲਈਏ? ਸਾਫ ਜ਼ਾਹਿਰ ਇਹਨਾਂ ਵਾਸਤੇ ਕਮ ਸੇ ਕਮ ਵੀ 12, 14, 15 ਮਰਲੇ ਜਗ੍ਹਾ ਚਾਹੀਦੀ ਹੈ। 14-12 ਮਰਲੇ ਜਗ੍ਹਾ ਚਾਹੀਦੀ ਹੈ, ਜਿਹਦੇ ਵਿੱਚ ਜਿਹੜਾ ਨਾ ਇੱਕ ਕਮਰਾ ਤੂੜੀ ਵਾਸਤੇ ਹੋਵੇ, ਤੂੜੀ ਵਾਸਤੇ ਹੋਵੇ, ਟੋਕਾ ਹੋਵੇ, ਆਪਣਾ ਲੱਗਾ ਦਾ। ਹਾਂ, ਇਹਨਾਂ ਦੀ ਖੁਰਲੀ ਹੋਵੇ। ਅਸਲ ਖੁਰਲੀ ਜਿਹੜੀ ਲੱਕੜ ਦੀ ਹੋਣੀ ਚਾਹੀਦੀ ਹੈ ਤੇ ਥੱਲੋਂ ਜਗ੍ਹਾ ਕੱਚੀ ਹੋਵੇ। ਪਾਣੀ ਦਾ ਵੀ ਕੋਈ ਬੰਦੋਬਸਤ, ਪਾਣੀ ਦਾ ਇੰਤਜ਼ਾਮ ਹੋਣਾ ਚਾਹੀਦਾ ਹੈ। ਸਹੀ ਤੇ 10 ਕਿਲੋ ਦੁੱਧ ਦੇਵੇ ਮੱਝ, 80 ਰੁਪਏ ਕਿਲੋ ਹੈ। 80 ਨਾਰਮਲ 800 ਦਾ ਹੋਇਆ, 800 ਦਾ, 800 ਦੇ 400 ਮੱਝ ਦਾ ਖਰਚਾ, 400 ਤੁਹਾਡੀ ਬੱਚਤ। 400 ਮੱਝ ਦਾ ਖਰਚਾ ਆ ਜਾਂਦਾ ਜਾਂ ਥੋੜਾ ਹੁੰਦਾ? ਥੋੜਾ ਆਉਂਦਾ, ਲੇਕਿਨ ਆਪਾਂ ਚਲੋ ਤੁਸੀਂ 300 ਕਰ ਲਓ, 500 ਮੱਝ ਦੀ ਬਚਤ ਕਰ ਲਓ, 2000 ਰੁਪਇਆ ਮੱਝ ਦੀ ਮਤਲਬ 4 ਮੱਝਾਂ ਦੀ ਇੱਕ ਦਿਨ ਦੀ 2000 ਰੁਪਇਆ ਬੱਚਤ। ਤੇ ਜੇ ਦਿਨ ਦੀ 2000 ਹੋਏ ਤੇ ਮਹੀਨੇ ਦਾ 60,000 ਰੁਪਇਆ ਜਿਹੜਾ ਬਚਦਾ। ਬੰਦਾ ਮਿਹਨਤ ਕਰਨ ਵਾਲਾ ਆਪ ਹੋਵੇ, ਯਾਨੀ ਕਿ ਤੁਸੀਂ ਆਖੋ ਮੈਂ ਬੰਦੇ ਕੋਲ ਇਹਦਾ ਪੱਠਿਆਂ ਛੱਠਿਆਂ ਦਾ ਕੀ ਜਿਹੜਾ ਨਾ ਬੰਦੋਬਸਤ ਕਿੰਨੇ ਕੁ ਖਾ ਜਾਂਦੀਆਂ ਨੇ? ਇਹ ਤਾਂ ਫਿਰ ਹੁਣ ਮੱਝਾਂ ਦੇ ਹਿਸਾਬ ਨਾਲ ਨਾ, ਪਹਿਲੇ ਮੱਝ ਜਿਹੜੇ ਥੋੜੇ ਪੱਠੇ ਖਾਂਦੀ। ਅੱਛਾ, ਜਿਵੇਂ ਜਿਵੇਂ ਮੱਝਾਂ ਵੱਡੀਆਂ ਹੁੰਦੀਆਂ ਨੇ, ਵੱਡੀਆਂ ਜ਼ਿਆਦਾ ਪੱਠੇ ਖਾਂਦੀਆਂ, ਜਿਵੇਂ ਚੌਥੇ ਪੰਜਵੇਂ। ਇਹਨਾਂ ਨੂੰ ਦਵਾਈ ਸ਼ਵਾਈ ਕਦੋਂ ਦਈਦੀ ਹੈ? ਜਿਹੜਾ ਕੋਈ ਕੀ ਦੇਣਾ ਚਾਹੀਦਾ ਦਵਾਈ ਦੇ ਵਿੱਚ? ਦਵਾਈ ਤਾਂ ਹੁਣ ਅੱਜ ਕੱਲ ਬਹੁਤ ਅੰਗਰੇਜ਼ੀ ਚਲੀਆਂ ਨੇ, ਲੇਕਿਨ ਦੇਸੀ ਦਵਾਈ ਅਸਾਂ ਤਾਂ ਗੰਢੇ, ਅਦਰਕ, ਇਹੋ ਜਿਹੀਆਂ ਚੀਜ਼ਾਂ ਇਹਨਾਂ ਨੂੰ ਵੀ ਕਦੀ ਕਦਾਈ ਬਾਦੀ, ਜ਼ਿਆਦਾਤਰ ਗੁੜ ਦੇਣਾ ਦੇਈਦਾ ਇਹਨਾਂ ਨੂੰ, ਮੱਝਾਂ ਨੂੰ ਦੇਣਾ ਚਾਹੀਦਾ। ਗੁੜ ਛੋੜ ਜਿਹੜਾ ਨਾ ਗੁੜ ਮੱਝਾਂ ਵਾਸਤੇ ਬਹੁਤ ਜ਼ਰੂਰੀ ਹੈ। ਕਦੀ ਇਹਨਾਂ ਨੂੰ ਕੋਈ ਦਵਾਈ ਵੀ ਚੈੱਕ ਕਰਾਉਣਾ ਚਾਹੀਦਾ। ਬਾਕੀ ਵੰਡਾ ਛੰਡਾ ਖੁਰ ਵਾਸਤੇ ਲਾਜ਼ਮ ਟੀਕੇ ਇਹਨਾਂ ਨੂੰ ਗਲ ਘੋਟੂ ਦੇ 3 ਮਹੀਨਿਆਂ ਬਾਅਦ ਲਵਾਉਣੇ ਪੈਂਦੇ ਨੇ, ਸਾਲ 'ਚ 4 ਵਾਰੀ ਨਵਾਉਣਾ ਧਵਾਉਣਾ, ਸਿੰਘ ਇਹਨਾਂ ਦੇ ਵੇਖਣੇ, ਪੁਛਲ, ਹਰ ਚੀਜ਼ ਵੇਖਣੀ ਪੈਂਦੀ, ਯਾਨੀ ਬਹੁਤ ਹਿਫਾਜ਼ਤ ਕਰਨੀ ਪੈਂਦੀ ਹੈ। ਮਤਲਬ ਇਹ ਕਿ ਜੇ ਬੰਦਾ ਜਿਹੜਾ ਨਾ ਕੋਈ ਕਾਰੋਬਾਰ ਕਰਨਾ ਚਾਹੇ ਆਪਣੇ ਪਾਕਿਸਤਾਨ ਦੇ ਵਿੱਚ, ਤੇ ਉਹ ਅਗਰ 4 ਮੱਝਾਂ ਰੱਖ ਲਏ ਤੇ ਇੱਕ ਬੰਦਾ ਉਹ ਆਪੀ ਸਾਂਭ ਸਕਦਾ ਹੈ। ਭਾਵੇਂ ਆਪੀ ਸਾਂਭ ਲਏ, ਭਾਵੇਂ ਇੱਕ ਬੰਦਾ ਰੱਖ ਲਏ, ਇੱਕ ਬੰਦਾ ਬਿਲਕੁਲ ਬਹੁਤ ਸਕੂਨ ਨਾਲ ਸਾਂਭ ਸਕਦਾ। ਪੱਠੇ ਵੱਢ ਕੇ ਲਿਆਵਨੇ, ਕੁਤਰ ਕੇ ਪਾਵਨੇ, ਔਰ ਸਾਰਾ ਦਿਨ ਸੌਣਾ ਵੀ ਉਸਨੇ।
ਈਜ਼ੀ ਹੈ। ਵੈਰੀ ਗੁੱਡ ਯਾਰ। ਘਰ ਰਹਿ ਕੇ ਮਤਲਬ 60 ਘਰ ਰਹਿ ਕੇ ਬੰਦਾ 50,000 ਹੀ ਕਰ ਲਵੋ, ਲੇਕਿਨ ਬੰਦਾ ਮਿਹਨਤ ਕਰਨ ਵਾਲਾ ਹੋਵੇ। ਇਹ ਨਾ ਹੋਵੇ ਬਸ ਪੱਠੇ ਸੱਟ ਕੇ ਤੇ ਆਪ ਤਾਸ਼ ਖੇਡਣ ਟੁਰ ਜਾਵੇ। ਇਹ ਜਿਹਦਾ ਨਹੀਂ ਨੇ ਮਿਹਨਤ ਮੰਗਦੀਆਂ ਨੇ ਉਹ। ਠੀਕ ਹੋ ਗਿਆ ਜੀ। ਚਲੋ ਜੀ, ਬਹੁਤ ਮਿਹਰਬਾਨੀ ਜੀ ਸ਼ਾਹਿਦ ਭਾਈ। ਹੋਰ ਕੋਈ ਮੱਝਾਂ ਦੇ ਬਾਰੇ ਚ ਜਿਹੜਾ ਨਾ ਪੁੱਛਦੇ ਆ, ਯਾਨੀ ਕਿ ਤੁਸੀਂ 20 ਮੱਝਾਂ ਰੱਖ ਲਵੋ ਤੇ 2 ਕਰੋੜ ਦਾ ਇੱਕ ਪੰਪ ਲਾ ਲਵੋ, ਪੈਟਰੋਲ ਪੰਪ ਬਰਾਬਰ ਹੈ। ਮੱਝਾਂ ਵੱਧ ਜਾਣਗੀਆਂ। ਅੱਛਾ, ਯਾਨੀ ਮੱਝਾਂ ਵੱਧ ਜਾਣਗੀਆਂ। ਠੀਕ ਹੈ। ਇਹ ਐਸਾ ਬਿਜ਼ਨਸ ਹੈ, ਕਾਰੋਬਾਰ ਹੈ, ਇਸ ਇੱਕ ਤਾਂ ਅੱਲਾਹ ਪਾਕ ਮਦਦ ਕਰਦਾ ਹੈ, ਸਹੀ ਹੈ, ਬਰਕਤ ਹੈ। ਦੂਸਰਾ ਇੱਥੇ ਤੁਹਾਨੂੰ ਕਿਸੇ ਦੀ ਇੜਕ ਝਿੜਕ ਨਹੀਂ ਦੀ। ਕੋਈ ਤੁਹਾਨੂੰ ਨਹੀਂ ਆਖ ਲੱਗਾ ਉਹ ਤੀਕ ਤੂੰ ਕੀ ਕਰਨਾ ਪਿਆ, ਉਹ ਸ਼ਾਇਦ ਤੂੰ ਕੀ ਕਰਨਾ, ਤੂੰ ਉਹ ਕੀਤਾ, ਤੂੰ ਫਲਾਨ ਨਹੀਂ ਮੇਰਾ ਕੀਤਾ। ਬਿਲਕੁਲ ਤੁਸੀਂ ਐਨ ਜਿਹੜਾ ਨਹੀਂ ਤਾਂ ਬਲੱਡ ਪ੍ਰੈਸ਼ਰ ਤੋਂ ਪਾਕ ਜੇ, ਕੋਈ ਟੈਨਸ਼ਨ ਨਹੀਂ। ਤੁਸੀਂ ਆਪਣਾ ਕੰਮ ਕਰਨਾ ਬਸ। ਸ਼ਾਮੀ ਦੁੱਧ ਚੋਣਾ ਇਮਾਨਦਾਰੀ ਨਾਲ। ਦੁਨੀਆ ਦਾ ਕੋਈ ਇਨਸਾਨ ਵੀ ਉਹਦੇ ਵਿੱਚ ਮਿਲਾਵਟ ਨਹੀਂ ਆਖ ਸਕਦਾ ਅਗਰ ਇਮਾਨਦਾਰੀ ਨਾਲ ਵੇਚੀਏ ਤਾਂ। ਕੋਈ ਲੈਬਾਰਟਰੀ ਵੀ ਕੋਈ ਚੀਜ਼ ਨਹੀਂ ਤੁਹਾਨੂੰ ਆਖ ਸਕਦਾ ਤੂੰ ਆ ਡੁਪਲੀਕੇਟ ਬਣਾਈ ਜਾਂ ਫਲਾਨ ਕੀਤਾ, ਢੀਂਗ ਕੀਤਾ। ਬੱਤੀ ਹੈਗੀ ਏ, ਹਨੇਰਾ ਹੈ, ਕੋਈ ਸ਼ਾਇਦ ਤੁਹਾਨੂੰ ਕੋਈ ਮੁਸ਼ਕਲ ਨਹੀਂ ਦੀ। ਵੈਰੀ ਗੁੱਡ ਯਾਰ। ਯਾਨੀ ਕਿ ਐਸਾ ਕਾਰੋਬਾਰ ਹੈ। ਇਸ ਤੋਂ ਬਾਅਦ ਫਿਰ ਬੱਕਰੀਆਂ ਦਾ ਆ ਗਿਆ ਕੰਮ, ਯਾਨੀ ਕਿ 4 ਮੱਝਾਂ ਨੇ। ਠੀਕ ਹੈ ਜੀ ਭਾਜੀ, ਬੜੀ ਮਿਹਰਬਾਨੀ। ਫਿਰ ਤੁਹਾਨੂੰ ਜਿਹੜਾ ਨਾ ਬਾਕੀ ਦੂਸਰੇ ਮਾਮਲਿਆਂ 'ਚ ਪੁੱਛਾਂਗੇ।